ਕਿ ਜਿਹੜੀਆਂ ਕੈਜੁਅਲਟੀਜ਼ ਹੋਈਆਂ ਨੇ, ਜਿਹੜੇ ਸ਼ਹੀਦ ਹੋਏ ਨੇ ਤੇ ਜਿਹੜੇ ਸਿੱਖ ਵੀ ਸ਼ਹੀਦ ਹੋਏ ਨੇ, ਤੇ ਉਹ ਕਿਤੇ ਸਿਰ 'ਚ ਗੋਲੀ ਲਾ ਕੇ ਪਗੜੀ ਜਿਹਨੇ ਪਾਈ ਹੈ, ਜਿਹੜੇ ਕੋਈ ਕਲੀਨ ਸ਼ਿਮਲ ਉਹਨੂੰ ਫਿਰ ਨਹੀਂ ਨਾ ਮੰਨਦੇ, ਆਪਾਂ ਪਗੜੀ ਧਾਰੀ ਦੀ ਗੱਲ ਕਰਦੇ ਹਾਂ, ਤੇ ਉਹਦੇ ਕਰਕੇ ਹੋਈ ਆ। ਹੁਣ ਕਿਤੇ ਆਇਆ ਕਿਤੇ ਨਹੀਂ ਆਇਆ। ਪਗੜੀ ਧਾਰੀ ਨੂੰ ਉੱਤੇ ਸਾਨੂੰ ਲੜਾਈ ਦੇ ਮੈਦਾਨ 'ਚ ਨਾ ਕੈਮੋਫਲੇਜ ਨੈਟ ਪਾਉਣਾ ਪੈਂਦਾ, ਉਸੇ ਨੂੰ ਮਜ਼ਬੂਤ ਕੀਤਾ ਜਾ ਸਕਦਾ। ਇਹਨਾਂ ਨੇ ਫੋਕਸ ਹੀ ਕੁਝ ਹੋਰ ਰੱਖਿਆ। 12,000 ਜਾਂ ਕੁਛ ਉਹਨਾਂ ਨੇ ਆਰਡਰ ਕਰ ਦਿੱਤੇ ਨੇ ਪਹਿਲੋਂ ਹੀ, ਤੇ ਉਹ ਜਿੰਨੀ ਵੀ ਗਿਣਤੀ ਹੈ ਉਹਦੀ, ਤੇ ਉਹ ਇੰਨੇ ਕਿਹਦੇ ਵਾਸਤੇ, ਕੋਈ ਟਰਾਇਲ ਵਾਸਤੇ ਥੋੜ੍ਹੀ ਟਰਾਇਲ ਲਿਖ ਦਿਓ। ਤੇ ਉਹ ਤੇ ਮਕਸਦ ਬੜਾ ਕਲੀਅਰ ਹੈ ਕਿ ਸਿੱਖ ਜਿਹੜੇ ਟਰੂਪਸ ਨੇ ਉਹਨਾਂ ਦੇ ਇਨ ਲਿਓ ਆਫ ਪਗੜੀ ਇਹ ਹੋਏਗਾ। ਜਿਹੜਾ ਕੈਮੋਫਲੇਜ ਨੈਟ ਹੈ ਮੇਰੇ ਕੋਲ, ਉਹ ਤੇ ਬੜਾ ਮਜ਼ਬੂਤ ਹੁੰਦਾ। ਕੈਮੋਫਲੇਜ ਨੈਟ ਉਹ ਜੁੱਦਾ ਨਹੀਂ ਹੈਗਾ ਛੋਟਾ, ਉਹ ਮਜ਼ਬੂਤ ਹੁੰਦਾ। ਉੱਤੇ ਰੱਸੀਆਂ ਬੜਾ ਸੋਹਣਾ, ਉਹਦੇ ਵਿੱਚ ਕੋਈ ਚੀਜ਼ ਫਿੱਟ ਕਰਕੇ ਉਹਨੂੰ ਮਜ਼ਬੂਤ ਕੀਤਾ ਜਾ ਸਕਦਾ ਸੀ। ਉਹਨੂੰ ਕਿਸੇ ਵੀ, ਭਾਵੇਂ ਪੰਜਾਬ ਦੀ ਹੋਵੇ, ਭਾਵੇਂ ਉਹ ਸਿੱਖ ਲਾਈ ਹੋਵੇ, ਭਾਵੇਂ ਸਿੱਖ ਰੈਜੀਮੈਂਟ ਹੋਵੇ, ਇਹ ਸਮੂਹਿਕ ਤੌਰ 'ਤੇ ਫੈਸਲਾ ਉਹਨਾਂ ਵਾਸਤੇ ਲਾਗੂ ਕਰਨਾ ਇਹ ਠੀਕ ਨਹੀਂ। ਸੇਫਟੀ ਸਿਕਿਉਰਿਟੀ ਆਏਗੀ ਜਿੱਦਾਂ ਕਾਰਗਿਲ ਦੇ ਉੱਤੇ ਜੰਗ ਤੋਂ ਬਾਅਦ ਹੋਇਆ ਸੀ, ਕਿ ਉੱਥੇ ਦੇਖਿਆ ਸਾਡੇ ਤੇ ਗਰਮ ਕੱਪੜਿਆਂ ਦੀ ਘਾਟ ਸੀ। ਕੀ ਇੱਕ ਖਾਸ ਤੌਰ ਤੇ ਨਾਂ ਲੈ ਕੇ ਇੱਕ ਸਿੱਖ ਪਲਟਣਾ ਵਾਸਤੇ ਉਹ ਬਿਲਕੁਲ ਠੀਕ ਨਹੀਂ ਹੈਗਾ। ਦੈਨਿਕ ਸਵੇਰਾ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਇੱਕ ਮੁੱਦਾ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਹ ਹੈ ਭਾਰਤੀ ਫੌਜ 'ਚ ਕੰਮ ਕਰਦੇ ਤੈਨਾਤ, ਸਰਹੱਦਾਂ ਦੇ ਉੱਤੇ ਤੈਨਾਤ ਪਗੜੀਧਾਰੀ ਸਿੱਖ ਫੌਜੀਆਂ ਲਈ ਹੈਲਮਟ ਜੋ ਹੈ ਉਹ ਲਾਜ਼ਮੀ ਜਾਂ ਲਾਗੂ ਕੀਤਾ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਕੇਂਦਰ ਵੱਲੋਂ। ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ। ਇਸ ਬਾਰੇ ਜੋ ਕੰਪਨੀ ਜਿਹੜੀ ਹੈਗੀ ਹੈ ਭਾਰਤੀ ਫੌਜ ਦਾ ਇਸ ਤਰ੍ਹਾਂ ਦਾ ਸਾਜੋ ਸਮਾਨ ਤਿਆਰ ਕਰਦੀ ਹੈ MKU, ਉਹਦੇ ਵੱਲੋਂ ਕੈਵਰੋ SCH 111T ਜੋ ਹੈਲਮਟ ਹੈ ਉਹ ਸ਼ਾਇਦ ਜਿਹੜਾ ਲਾਗੂ ਕੀਤਾ ਜਾਣਾ ਹੈ। ਉਹਦੇ 'ਚ ਦੱਸਿਆ ਜਾ ਰਿਹਾ ਹੈ ਕਿ ਉਹ ਬੈਲਿਸਟਿਕ ਹੈਲਮਟ ਹੈ, ਯਾਨੀ ਕਿ ਜੰਗੀ ਹਾਲਾਤਾਂ ਦੇ ਵਿੱਚ ਜਾਂ ਟਕਰਾਅ ਦੇ ਹਾਲਾਤਾਂ ਦੇ ਵਿੱਚ ਰੱਖਿਆ ਕਰਦਾ ਹੈ। ਉਹ ਪਟਕੇ ਦੇ ਉੱਤੇ ਪਾਉਣਾ ਹੋਏਗਾ, ਪੱਗ ਦੇ ਉੱਤੇ ਨਹੀਂ ਪਏਗਾ। ਜੋ ਸਾਨੂੰ ਮੋਟਾ ਜਿਹਾ ਹੁਣ ਤੱਕ ਪਤਾ ਲੱਗਿਆ, ਇਹ ਉਹਦੀ ਸਪੈਸੀਫਿਕੇਸ਼ਨਸ ਜਿਹੜੀਆਂ ਸਾਹਮਣੇ ਆਈਆਂ ਨੇ। ਸਪੈਸੀਫਿਕੇਸ਼ਨਸ ਆਪਣੀ ਥਾਂ 'ਤੇ ਨੇ, ਜਾਂ ਇਹ ਫੈਸਲਾ ਜੋ ਲਿਆ ਜਾ ਰਿਹਾ ਹੈ ਇਹਦੇ ਪਿੱਛੇ ਜੋ ਭਾਵਨਾ ਹੈ ਉਹ ਆਪਣੀ ਥਾਂ 'ਤੇ ਹੈ ਕਿ ਆਪਣੇ ਫੌਜੀ ਦੀ ਜਾਨ ਦੀ ਰਾਖੀ ਕਰਨਾ ਇਹ ਸਰਕਾਰ ਦੀ ਮਨਸ਼ਾ ਹੈ। ਪਰ ਸਿੱਖਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਸਿਰ ਦੇ ਉੱਤੇ ਦਸਤਾਰ, ਪਗੜੀ ਨਾਲ, ਪੱਗ ਨਾਲ ਜੁੜੀਆਂ ਹੋਈਆਂ ਨੇ, ਜਿਸ ਕਰਕੇ ਮੁੱਦਾ ਇਹ ਧਾਰਮਿਕ ਰੰਗਤ ਵੀ ਲੈਂਦਾ ਜਾ ਰਿਹਾ ਹੈ। ਪਰ ਫੌਜ ਦੇ ਵਿੱਚ ਕੰਮ ਕਰਦੇ ਰਹੇ ਲੋਕ ਤੇ ਪਗੜੀਧਾਰੀ ਸਿੱਖ, ਉਹਨਾਂ ਦਾ ਵਿਊ ਜਾਣਨਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਫੌਜ ਦੇ ਅੰਦਰਲੇ ਹਾਲਾਤ ਵੀ ਜਾਣਦੇ ਨੇ। ਸਰਹੱਦਾਂ ਦੇ ਉੱਤੇ ਇੱਕ ਫੌਜੀ ਜਵਾਨ ਨੂੰ ਕਿਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤੇ ਉਹਨਾਂ ਹਾਲਾਤਾਂ ਵਿੱਚ ਵੀ ਜੋ ਸਿੱਖ ਵਾਰ ਹਿਸਟਰੀ ਹੈ, ਸਿੱਖ ਜੰਗੀ ਇਤਿਹਾਸ ਹੈ, ਉਹ ਕੋਈ ਅੱਜ ਕੱਲ੍ਹ ਦਾ ਨਹੀਂ ਹੈ। ਜੇਕਰ ਅਸੀਂ ਆਧੁਨਿਕ ਜੰਗਾਂ ਦੀ ਵੀ ਗੱਲ ਕਰੀਏ ਤਾਂ ਪਹਿਲੀ ਵਿਸ਼ਵ ਯੁੱਧ, ਦੂਜਾ ਵਿਸ਼ਵ ਯੁੱਧ, ਚਾਈਨਾ ਨਾਲ ਭਾਰਤ ਦੀ ਲੜਾਈ, ਅਤੇ ਉਸ ਤੋਂ ਬਾਅਦ ਪਾਕਿਸਤਾਨ ਨਾਲ ਲੜਾਈ, ਚਾਈਨਾ ਨਾਲ ਹੋਰ ਲੜਾਈ, ਪਾਕਿਸਤਾਨ ਨਾਲ ਹੋਰ ਲੜਾਈ, ਕਾਰਗਿਲ ਦੀ ਯੁੱਧ, ਇਹਨਾਂ ਸਾਰੀਆਂ ਯੁੱਧਾਂ 'ਚ ਜਿਹੜੀ ਆਧੁਨਿਕ ਹਥਿਆਰਾਂ ਨਾਲ ਲੜੀਆਂ ਗਈਆਂ ਨੇ, ਅਤੇ ਆਧੁਨਿਕ ਸਾਜੋ ਸਮਾਨ, ਆਧੁਨਿਕ ਚੀਜ਼ਾਂ ਜਿਹੜੀਆਂ ਨੇ ਸਿੱਖ ਫੌਜੀਆਂ ਨੇ ਉਹਨਾਂ ਦੀ ਵਰਤੋਂ ਵੀ ਕੀਤੀ ਹੈ, ਆਪਣੇ ਬਚਾਅ ਵੀ ਕੀਤੇ ਨੇ, ਅਤੇ ਪਗੜੀ ਵੀ ਸੰਭਾਲੀ ਹੈ, ਕੇਸ ਵੀ ਸੰਭਾਲੇ ਨੇ। ਸੋ ਇਹ ਸਾਰੇ ਜਿਹੜੇ ਨਜ਼ਰੀਏ ਨੇ, ਇਹਨਾਂ ਤੋਂ ਆਪਾਂ ਹੁਣ ਗੱਲਬਾਤ ਕਰਨ ਜਾ ਰਹੇ ਹਾਂ। ਬ੍ਰਿਗੇਡੀਅਰ ਜੋ ਕਿ ਸੇਵਾ ਮੁਕਤ ਬ੍ਰਿਗੇਡੀਅਰ ਨੇ ਕੁਲਦੀਪ ਸਿੰਘ ਕਾਹਲੋਂ, ਉਹਨਾਂ ਨਾਲ ਅਸੀਂ ਬਣੇ ਹੋਏ ਹਾਂ। ਕਾਹਲੋਂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ। ਪਹਿਲੀ ਟਿੱਪਣੀ ਕੀ ਦੇਣਾ ਚਾਹੋਗੇ? ਮੈਂ ਸਮਝਦਾ ਹਾਂ ਕਿ ਇਹ ਜਿਹੜਾ ਇਹਨਾਂ ਨੇ ਟਰਾਇਲ ਕੋਈ ਕੀਤੇ ਨੇ, ਬੈਲਿਸਟਿਕ ਜਿਹੜਾ ਹੈਲਮਟ ਕਹਿੰਦੇ ਨੇ, ਹੈਡ ਗੇਅਰ, ਹਾਂ ਬੈਲਿਸਟਿਕ, ਉਹ ਕਨਸੈਪਟ ਕੀ ਸੀਗਾ, ਕਿਉਂ ਇਵੋਲਵ ਹੋਇਆ, ਕਿੱਦਾਂ ਹੋਇਆ, ਮੈਂ ਸਮਝਦਾ ਇਹਦੇ ਪੂਰਾ ਓਵਰਆਲ ਵਿਊ ਨਹੀਂ ਲਿਆ ਗਿਆ। ਔਰ ਇਹ ਸਿੱਖਾਂ ਵਾਸਤੇ, ਜਦੋਂ ਖਾਸ ਤੌਰ 'ਤੇ ਸਿੱਖ ਫੌਜੀਆਂ ਵਾਸਤੇ ਇਸਤੇਮਾਲ ਕਹਿੰਦੇ ਨੇ ਕੀਤਾ ਜਾਏਗਾ, ਇਹਦੀ LOC ਹੋਏ ਜਾਂ LOC 'ਚ ਹੋਏ ਜਾਂ ਬੈਟਲ ਫਰੰਟ ਦੇ ਉੱਤੇ ਹੋਏ, ਮੈਂ ਸਮਝਦਾ ਹਾਂ ਇਹਦੇ 'ਤੇ ਇਹਨਾਂ ਨੇ ਸਿੱਖ ਸਮਾਜ, ਸਿੱਖ ਭਾਵਨਾਵਾਂ ਦੀ ਕਦਰ ਵੀ ਨਹੀਂ ਕੀਤੀ। ਔਰ ਸਿੱਖ ਪਲਟਣਾ ਵਾਸਤੇ ਜਿਹੜੇ ਸਿਧਾਂਤ ਨੇ, ਜਿਹੜੇ ਉਹਨਾਂ ਦੀ ਯੂਨੀਫਾਰਮ ਦੇਖੋ ਰੈਗੂਲੇਸ਼ਨ ਨੇ, ਉਹ 'ਚ ਜਦੋਂ ਦਿੱਤਾ ਹੈਗਾ ਤੁਸੀਂ ਇੱਕਦਮ ਬਦਲੀ ਕਰ ਦਿਓ। ਟਰਾਇਲ ਕਰਨੇ ਨੇ, ਹਾਂ ਨਾਨ ਸਿੱਖ ਆਫਿਸਰ ਔਰ ਨਾਨ ਸਿੱਖ ਜਵਾਨ, ਉਹਨਾਂ ਵਾਸਤੇ ਤਾਂ ਚਲੋ ਠੀਕ ਹੋ ਸਕਦਾ, ਪਰ ਮੈਂ ਸਮਝਦਾ ਹਾਂ ਇੱਕ ਸਿੱਖ ਪਲਟਣਾ ਵਾਸਤੇ ਖਾਸ ਤੌਰ 'ਤੇ ਕਿਸੇ ਵੀ, ਭਾਵੇਂ ਪੰਜਾਬ ਦੀ ਹੋਵੇ, ਭਾਵੇਂ ਉਹ ਸਿੱਖ ਲਾਈ ਹੋਵੇ, ਭਾਵੇਂ ਸਿੱਖ ਰੈਜੀਮੈਂਟ ਹੋਵੇ, ਇਹ ਸਮੂਹਿਕ ਤੌਰ 'ਤੇ ਫੈਸਲਾ ਉਹਨਾਂ ਵਾਸਤੇ ਲਾਗੂ ਕਰਨਾ ਇਹ ਠੀਕ ਨਹੀਂ।
ਤੁਹਾਡਾ ਮਤਲਬ ਕਹਿਣਾ ਇਹ ਹੈ ਕਿ ਹੈਲਮਟ ਲਾਗੂ ਕਰਨਾ, ਹੈਡਗੇਅਰ ਲਾਗੂ ਕਰਨਾ ਜਾਂ ਦੇਣਾ ਪਹਿਨਣ ਵਾਸਤੇ ਲਾਜ਼ਮੀ ਕਰਨਾ ਇਹ ਵੱਖਰਾ ਵਿਸ਼ਾ ਹੈ, ਪਰ ਇਸ ਤੋਂ ਪਹਿਲਾਂ ਜ਼ਰੂਰੀ ਸੀ ਕਿਉਂਕਿ ਮੁੱਦਾ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਕਿ ਇਸ ਬਾਰੇ ਵਿਚਾਰ ਚਰਚਾ ਕੀਤੀ ਜਾਂਦੀ, ਸਾਰਿਆਂ ਨੂੰ ਭਰੋਸੇ 'ਚ ਲਿਆ ਜਾਂਦਾ। ਮੇਰੇ ਖਿਆਲ 'ਚ ਇਹ ਗੱਲ ਦੀ ਜਿਹੜੀ ਖਤਾ ਖਾ ਗਈ ਕੇਂਦਰ। ਬਿਲਕੁਲ, ਇਹ ਜਲਦਬਾਜ਼ੀ 'ਚ ਕਈ ਫੈਸਲੇ ਜਿੱਦਾਂ ਕਿ ਅਗਨੀਪਥ ਸਕੀਮ ਦੇ ਬਾਰੇ ਹੋਇਆ ਸੀ, ਬੜੀ ਜਲਦੀਬਾਜ਼ੀ 'ਚ ਉਹ ਗਰਾਊਂਡ ਲੈਵਲ ਤੇ ਉੱਤੇ ਇਹਨਾਂ ਨੇ ਕਿਤੇ ਫੀਡਬੈਕ ਨਹੀਂ ਸੀ ਲਈ। ਉਹ ਤੇ ਸਿਵਲ ਦੇ ਵਿੱਚ ਕਿਉਂਕਿ ਭਰਤੀ ਹੋਣਾ ਚਾਹੁੰਦੇ ਸੀ, ਨੌਕਰੀ ਕਿਉਂ ਇੰਨੀ 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 ਮਹਿੰਗਾਈ ਹੈਗੀ ਹੈ, ਇੰਨੀ ਬੇਰੁਜ਼ਗਾਰੀ ਹੈਗੀ, ਤੇ ਉੱਥੇ ਤੇ ਪ੍ਰਦਰਸ਼ਨ ਹੋ ਗਏ ਇੱਕਦਮ, ਤੇ ਇਹਨਾਂ ਨੂੰ ਅੱਖਾਂ ਖੁੱਲ ਗਈਆਂ ਕਿ ਇਹ ਤੇ ਕੰਮ ਗਲਤ ਹੋ ਗਿਆ, ਇੱਕਦਮ ਕਰ ਲਿਆ। ਇੱਥੇ ਫੌਜ ਤੇ ਇਹੋ ਜਿਹਾ ਕੰਮ ਹੋ ਨਹੀਂ ਸਕਦਾ ਜਾਣਾ, ਇੱਕ ਡਿਸਪਲਿਨ ਆਰਗੇਨਾਈਜ਼ ਫੋਰਸ ਉਹਦੇ ਵਿੱਚ ਤੇ ਇਦਾਂ ਦੀ ਗੱਲ ਹੋ ਨਹੀਂ ਸਕਦੀ। ਮਗਰ ਜ਼ਰੂਰਤ ਥੀ ਮੇਰੇ ਕੋਲ ਰੈਗੂਲੇਸ਼ਨ ਦਾ ਆਫ ਦੀ ਆਰਮੀ 1962 ਡਿਫੈਂਸ ਅਫਸਰ ਰੈਗੂਲੇਸ਼ਨ ਮੇਰੀ ਆਪਣੀ ਪਰਸਨਲ ਕਾਪੀ ਹੈ, ਅਸੀਂ ਜਦੋਂ ਇਮਤਿਹਾਨ ਦਿੰਦੇ ਸੀ ਤੇ ਉਹ ਖਰੀਦਦੇ ਹੁੰਦੇ ਸੀਗੇ, ਉਹ ਮੇਰੇ ਕੋਲ ਇਸ ਵੇਲੇ ਪਈ ਹੈ। ਉਹਦੇ ਵਿੱਚ ਸਾਰਾ ਉਹਦੇ ਵਿੱਚ ਫਿਰ ਅਗਲਾ ਦੱਸਿਆ ਕਿ ਡਰੈਸ ਰੈਗੂਲੇਸ਼ਨ, ਕਲੋਥਿੰਗ ਰੈਗੂਲੇਸ਼ਨ ਮੈਂਸ਼ਨ ਕੀਤਾ, ਕਿਸ ਤਰੀਕੇ ਨਾਲ ਕਦੋਂ ਵਰਦੀ ਕਿਹੜੀ ਵਰਦੀ ਹੋਏਗੀ, ਉਹ ਹਰ ਇੱਕ ਪਲਟਨ ਵਾਸਤੇ, ਹਰ ਇੱਕ ਮਤਲਬ ਕਿ ਕਮਿਊਨਿਟੀ ਬੇਸਡ ਪਲਟਨ, ਜਾਂ ਸਿੱਖ ਹੈ, ਪੰਜਾਬ ਹੈ, ਲਾਈਟ, ਮਰਾਠਾ, ਡੋਗਰਾ, ਉਹਨਾਂ ਦੀ ਦਸਤੀ ਹੋਈ ਹੈ ਕਿ ਕਿਸ ਤਰੀਕੇ ਨਾਲ ਜੇ ਕੋਈ ਜਿਹੜੀ ਵਰਦੀ ਕਾਮਨ, ਇੱਕ ਤਾਂ ਕਾਮਨ ਵਰਦੀ, ਕਾਮਨ ਮਤਲਬ ਕਿ ਯੂਨੀਫਾਰਮ ਮੰਨ ਲਿਆ ਜਾए यूनिफॉर्म पैटर्न होगी, की पैटर्न होएगा, डिसरप्टिव पैटर्न होएगा गर्म की वो सच, मगर उसके अलावा लाइन यार्ड है, उसके अलावा बैज है, उसके अलावा जिदा कि हैड ड्रैस है, जिदा कि पगड़ी का है, दस्तार का, मगर एक एक हैलमेट उन्होंने वास्ते जिन्होंने वास्ते उदा तो सब कुछ दिता है, मगर किते भी इस चीज़ का जिक्र नहीं आता कि पटका पीटी टाइम के उत्ते पटका जरूर पाते हैं, पीटी जब करते हैं सवेरे रेगूलेशन, पर लड़ाई के मैदान में उत्ते कहते उन्होंने पटके मजबूत करके ਉਹਦੀ ਤੇ ਮੈਨੂੰ ਸਮਝ ਨਹੀਂ ਆਉਂਦੀ। ਅਸੀਂ ਜੰਗਾਂ ਲੜੀਆਂ ਨੇ, ਅਸੀਂ ਜੰਗਾਂ ਦੇ ਬਾਰੇ ਅਧਿਐਨ ਕੀਤਾ, ਅਸੀਂ ਕਾਰਗਿਲ ਦੇ ਟਾਈਮ ਤੇ ਵੀ ਸਭ ਕੁਝ ਸਾਹਮਣੇ ਆਇਆ, ਜਿਹੜੀਆਂ ਕਾਰਗਿਲ ਰਿਵਿਊ ਕਮੇਟੀ ਸੀ ਆਖਰੀ ਉਹੀ ਸੀ ਜਿਹੜੀ ਇੱਕ ਲੜਾਈ ਹੋਈ ਇੱਕ, ਉੱਦਾਂ ਤੇ ਗਲਵਾਨ ਘਾਟੀ ਜੋ ਕੁਝ ਹੋਇਆ ਉੱਦਾਂ ਸਾਨੂੰ ਪਤਾ, ਤਵਾਂਗ 'ਚ ਵੀ ਜੋ ਕੁਝ ਹੋਇਆ, ਮਗਰ ਉੱਥੇ ਰਿਵਿਊ ਕਮੇਟੀ 'ਚ ਕਿਸੇ ਨੇ ਇਹ ਚੀਜ਼ ਮੈਂਸ਼ਨ ਨਹੀਂ ਕੀਤੀ। ਬਾਕੀ ਆਈਆਂ ਨੇ ਸੁਧਾਰ ਕੀ ਹੋਣੇ ਚਾਹੀਦੇ ਨੇ, ਕਿ ਹੋਰ ਫੈਸਿਲਿਟੀਜ਼ ਹੋਣੀ ਚਾਹੀਦੀਆਂ ਨੇ, ਕਿੱਦਾਂ ਆਧੁਨਿਕੀਕਰਨ ਕਰਨਾ, ਕਿਹੜੀ ਤੋਪ ਦੀ ਜ਼ਰੂਰਤ ਹੈ, ਕਿਹੜੀ ਟੈਂਕ ਦੀ ਜ਼ਰੂਰਤ ਹੈ, ਕਿੱਦਾਂ ਵਰਦੀਆਂ ਚਾਹੀਦੀਆਂ ਨੇ, ਕੀ ਚਾਹੀਦਾ। ਉਹ ਵਰਦੀਆਂ ਹੈ ਉਹ 'ਚ ਆਇਆ ਕਿ ਹਾਈ ਐਲਟੀਟਿਊਡ ਵਾਸਤੇ ਖਾਸ ਕਿਸਮ ਦੀਆਂ ਜਿਹੜੀ ਯੂਨੀਫਾਰਮ ਦੀ ਘਾਟ ਸੀਗੀ ਉਹਨੂੰ ਪੂਰਾ ਕੀਤਾ, ਮਗਰ ਇਹ ਕਿਤੇ ਨਹੀਂ ਆਇਆ ਕਿ ਜਿਹੜੀਆਂ ਕੈਜੁਅਲਟੀਜ਼ ਹੋਈਆਂ ਨੇ, ਜਿਹੜੇ ਸ਼ਹੀਦ ਹੋਏ ਨੇ ਤੇ ਜਿਹੜੇ ਸਿੱਖ ਵੀ ਸ਼ਹੀਦ ਹੋਏ ਨੇ, ਤੇ ਉਹ ਕਿਤੇ ਸਿਰ 'ਚ ਗੋਲੀ ਲਾ ਕੇ ਪਗੜੀ ਜਿਹਨੇ ਪਾਈ ਹੈ, ਜਿਹੜੇ ਕੋਈ ਕਲੀਨ ਸ਼ਿਮਲ ਉਹਨੂੰ ਫਿਰ ਤਾਂ ਨਹੀਂ ਨਾ ਮੰਨਦੇ, ਆਪਾਂ ਪਗੜੀ ਧਾਰੀ ਦੀ ਗੱਲ ਕਰਦੇ ਹਾਂ, ਤੇ ਉਹਦੇ ਕਰਕੇ ਹੋਈਆਂ। ਹੁਣ ਕਿਤੇ ਆਇਆ, ਕਿਤੇ ਨਹੀਂ ਆਇਆ। ਸਾਡੇ ਕੋਲ ਸਾਰੀਆਂ ਰਿਪੋਰਟਾਂ ਆਉਂਦੀਆਂ ਨੇ, ਮੈਂ ਉਸ ਵੇਲੇ ਡਾਇਰੈਕਟਰ ਸੈਨਿਕ ਵੈਲਫੇਅਰ ਪੰਜਾਬ ਸੀਗਾ ਜਦੋਂ ਤੁਹਾਨੂੰ ਪਤਾ, ਤੇ ਉਹ ਮੇਰੇ ਕੋਲ ਸਾਰਾ ਉਦੋਂ ਧਿਆਨ ਸੀਗਾ ਕਿ ਕਿਤੇ ਇਹ ਮੈਂ ਹੁਣ ਕਹਿਣਾ, ਜਦੋਂ ਹੁਣ ਆਹ ਮੁੱਦਾ ਉਠਾਇਆ, ਇੱਕ ਅਚਨਚੇਤ ਇੱਦਾਂ ਦਾ ਮੁੱਦਾ ਉਠਾ ਦੇਣਾ, ਇਹ ਵਿਦਆਊਟ ਸਟੱਡਿੰਗ ਆਲ ਦੀਜ਼ ਆਸਪੈਕਟ, ਜਿੱਦਾਂ ਕਿ ਫਿਰ ਇਹ ਤਾਂ ਰੈਗੂਲੇਸ਼ਨ ਆਫ ਦੀ ਆਰਮੀ ਸਾਰਾ ਕੁਝ ਬਦਲੀ ਕਰਨਾ ਪੈਂਦਾ। ਆਰਮੀ ਐਕਟ, ਆਰਮੀ ਰੂਲ ਹੈ, ਜਿਸ ਕਿਸੇ ਨੇ ਆਪਣਾ ਪੂਰਾ ਤਰੀਕੇ ਨਾਲ ਉਹ ਡਰਨਾ ਉਹ ਠੀਕ ਨਹੀਂ, ਉਹਦੇ ਖਿਲਾਫ ਚਾਰਜ ਲੱਗ ਜਾਂਦਾ, ਉਹਦੇ ਖਿਲਾਫ ਕਾਰਵਾਈ ਹੁੰਦੀ ਹੈ। ਇਹ ਸਮਝਦਾ ਹਾਂ ਕਿ ਬੈਟਲ ਫਰੰਟ ਦੇ ਉੱਤੇ ਉਸ ਵੇਲੇ ਇਨਫੈਂਟਰੀ ਵਾਸਤੇ ਖਾਸ ਤੌਰ 'ਤੇ ਮੇਲ ਜੀ, ਦੇਖੋ ਉਹਨੂੰ ਤੇ ਜਵਾਨ ਨੇ ਤੇ ਇੱਕ ਹਮਲਾ ਕਰਨਾ, ਦੱਸਿਆ ਕਿ ਇੱਥੇ ਤੂੰ ਜਾਣਾ, ਇੱਥੇ ਪੂਰੀ ਪਲਟੂਨ ਹੈ ਜਾਂ ਕੰਪਨੀ ਹੈ, ਇੱਕ ਸੈਕਸ਼ਨ ਤੋਂ ਲੈ ਲਓ, ਸੈਕਸ਼ਨ ਕਮਾਂਡਰ ਜਿਹੜਾ ਕਿ ਹਵਲਦਾਰ, ਜਵਾਨ ਉਹਦੇ 8-10 ਜਵਾਨ ਜਿੰਨੇ ਵੀ ਹੈਗੇ ਨੇ, ਉਹਨਾਂ ਨੂੰ ਦੱਸਿਆ ਕਿ ਤੁਸੀਂ ਆ ਰਾਈਫਲ ਸਿੱਧੀ ਕਰਕੇ ਤੇ ਇੱਥੇ ਬੈਨਟ ਵੀ ਲੱਗਿਆ, ਉੱਥੇ ਚਾਰਜ ਵੀ ਕਰਨਾ, ਮਾਈਨ ਫੀਲਡ ਦੀ ਪਰਵਾਹ ਨਹੀਂ ਕਰਨੀ। ਤੇ ਉਸ ਵੇਲੇ ਉਹਨੂੰ ਬਲਿਸਟਿਕ ਮਿਸਾਈਲ, ਉਹਨੂੰ ਕੀ ਚਾਹੀਦਾ ਭਾਈ, ਉੱਥੇ ਕਮਿਊਨੀਕੇਸ਼ਨ ਕਾਹਦੇ ਵਾਸਤੇ ਚਾਹੀਦਾ ਉਹਨੂੰ, ਕਮਿਊਨੀਕੇਸ਼ਨ ਕਮਾਂਡਰ ਦਾ ਜਿਹੜਾ ਉੱਥੇ ਔਨ ਗਰਾਊਂਡ ਹੈ, ਉਹਨੇ ਕਹਿਣਾ ਅਟੈਕ ਦਾ ਜੋ ਹੁਕਮ ਦਾ ਕਮਿਊਨੀਕੇਸ਼ਨ, ਜਿਹੜੇ ਉੱਤੇ ਬ੍ਰਿਗੇਡ ਕਮਾਂਡਰ ਦੂਜੇ ਵਾਸਤੇ, ਅਗਰ ਕੋਈ ਉਹ 'ਚ ਅਦਲਾ ਬਦਲੀ ਹੋਣੀ ਹੈ, ਕੋਈ ਉਹ 'ਚ ਕੋਈ ਰੁਕਾਵਟ ਆ ਗਈ, ਉਹਦੇ ਬਾਰੇ ਆਦੇਸ਼ ਦੇਣੇ ਨੇ, ਆਦੇਸ਼ ਤੇ ਕਮਾਂਡਰ ਦੇ ਥੱਲੇ, ਜਿਹਦੇ ਥੱਲੇ ਫੌਜ ਕੰਮ ਕਰ ਰਹੀ ਹੈ ਉਹਨੂੰ ਚਾਹੀਦੇ ਨੇ। ਉਹਦੇ ਵਾਸਤੇ ਤੁਸੀਂ ਜੇ ਕੋਈ ਹੋਰ ਬੜੇ ਤਰੀਕੇ ਨੇ, ਪਗੜੀ ਧਾਰੀ ਨੂੰ ਉੱਤੇ ਸਾਨੂੰ ਲੜਾਈ ਦੇ ਮੈਦਾਨ 'ਚ ਨਾ ਕੈਮੋਫਲਾਜ ਨੈਟ ਪਾਉਣਾ ਪੈਂਦਾ ਉੱਤੇ, ਉਸੇ ਨੂੰ ਮਜ਼ਬੂਤ ਕੀਤਾ ਜਾ ਸਕਦਾ। ਇਹਨਾਂ ਨੇ ਫੋਕਸ ਹੀ ਕੁਝ ਹੋਰ ਰੱਖਿਆ, ਜਿਹੜਾ ਮੈਂ ਕਹਿੰਦਾ ਕਿ ਸੰਚਾਰ ਸਾਧਨਾਂ ਦੀ ਅੱਜ ਤੱਕ ਘਾਟ ਪਈ ਸਾਨੂੰ। ਸਾਡੇ ਕੋਲ ਬੜੇ 62 ਵਾਇਰਲੈਸ ਸੈੱਟ ਹੁੰਦੇ ਸੀ, ਬੜੇ ਮੈਂ ਤੋਪਖਾਨੇ 'ਚ ਰਿਹਾ, ਤੋਪਖਾਨੇ ਦਾ ਅਫਸਰ ਪਿੱਠ 'ਤੇ ਚੁੱਕ ਕੇ ਜਾਂਦੇ ਸੀ, ਦੂਜਾ ਵਾਇਰਲੈਸ ਸੈੱਟ 62 ਬੈਟਰੀ ਵੱਡੀ, ਤੇ ਉਹ ਚੁੱਕ ਕੇ ਲੈ ਕੇ, ਤਾਂ ਵੀ ਸਾਡਾ ਕਮਿਊਨੀਕੇਸ਼ਨ ਬਿਲਕੁਲ ਕਾਇਮ ਸੀ। ਅਸੀਂ ਲੜਾਈ ਜਿਹੜੀਆਂ ਲੜੀਆਂ, ਮੈਂ ਮਹਿਸੂਸ ਕਰ ਰਿਹਾ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਵੇਂ ਤੁਸੀਂ ਨੈੱਟ ਦੀ ਗੱਲ ਕਹੀ ਹੈ, ਜਦੋਂ ਤੁਸੀਂ ਵਾਰ ਫਰੰਟ 'ਤੇ ਹੁੰਦੇ ਹੋ, ਜੰਗ ਦੇ ਮੈਦਾਨ 'ਚ ਡਟੇ ਹੋਏ ਹੁੰਦੇ ਹੋ, ਤਾਂ ਉਹਦੇ ਜਾਲੀ ਪਾਣੀ ਪੈਂਦੀ ਹੈ ਪੱਗ ਦੇ ਉੱਤੇ, ਤਾਂ ਕਿ ਉਹ ਭੁਲੇਖਾ ਪਾਇਆ ਜਾ ਸਕੇ, ਦੁਸ਼ਮਣ ਨੂੰ ਇਲੂਜ਼ਨ ਕ੍ਰੀਏਟ ਹੋ ਸਕੇ, ਤਾਂ ਉਸ ਨੂੰ ਵੀ ਮਜ਼ਬੂਤ ਕੀਤਾ ਜਾ ਸਕਦਾ ਸੀ। ਮੈਂ ਕਿਸੇ ਹੋਰ ਸਾਬਕਾ ਫੌਜੀ ਅਫਸਰ ਸੀਗੇ, ਉਹਨਾਂ ਨਾਲ ਗੱਲ ਕਰ ਰਿਹਾ ਸੀ, ਉਹ ਕਹਿ ਰਹੇ ਸੀ ਕਿ ਜਿਸ ਤਰ੍ਹਾਂ ਪੱਤਰੇ ਹੁੰਦੇ ਨੇ ਮੈਟਲ ਦੇ, ਉਹਨਾਂ ਨੂੰ ਲੜ ਦੇ ਅੰਦਰ ਲਗਾਇਆ ਜਾ ਸਕਦਾ, ਇਹ ਵੀ ਇੱਕ ਤਰੀਕਾ
ਲਿਆ ਜਾ ਸਕਦਾ। ਮਤਲਬ ਕਹਿਣ ਦਾ ਮਤਲਬ ਕਿ ਜੋ ਕੁਝ ਸਰਕਾਰ ਕਰਨ ਜਾ ਰਹੀ ਹੈ ਉਹ ਇਸ ਤਰ੍ਹਾਂ ਪ੍ਰਭਾਵ ਆ ਰਿਹਾ ਹੈ ਕਿ ਉਹਨਾਂ ਦਾ ਮਕਸਦ ਸਰਦਾਰ ਦੀ ਪੱਗ ਲਾ ਕੇ ਹੈਲਮਟ ਪਵਾਉਣਾ ਹੈ, ਨਾ ਕਿ ਕੋਈ ਹੋਰ ਬਦਲਵਾਂ ਰਸਤਾ ਲੱਭਣਾ ਹੈ। ਬਿਲਕੁਲ ਉਹਨਾਂ ਦਾ ਤੇ ਜਿਹੜਾ ਕਿ ਇੱਕ 12,000 ਜਾਂ ਕੁਝ ਉਹਨਾਂ ਨੇ ਆਰਡਰ ਕਰ ਦਿੱਤੇ ਨੇ ਪਹਿਲੋਂ ਹੀ 12 ਤੇ ਉਹ ਜਿੰਨੀ ਵੀ ਗਿਣਤੀ ਹੈ ਉਹਦੀ, ਤੇ ਉਹ ਇੰਨੇ ਕਿਹਦੇ ਵਾਸਤੇ, ਕੋਈ ਟਰਾਇਲ ਵਾਸਤੇ ਥੋੜੀ ਟਰਾਇਲ ਲਿਖ ਦੋ। ਤੇ ਉਹ ਤੇ ਮਕਸਦ ਬੜਾ ਕਲੀਅਰ ਹੈ ਕਿ ਸਿੱਖ ਜਿਹੜੇ ਟਰੂਪਸ ਨੇ ਉਹਨਾਂ ਦੇ ਇਨ ਲਿਓ ਆ ਪਗੜੀ ਇਹ ਹੋਏਗਾ। ਜੇ ਇਹ ਹੋਏਗਾ, ਜੇ ਕਹਿੰਦੇ ਨੇ ਉੱਥੇ ਬਾਰਡਰ ਦੇ ਉੱਤੇ, ਜੇ ਲਾਈਨ ਆਫ ਕੰਟਰੋਲ ਦੇ ਉੱਤੇ, ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ, ਤੇ ਉੱਥੇ ਤੇ ਪਲਟਣਾ ਬਦਲੀ ਹੁੰਦੀ ਰਹਿੰਦੀਆਂ ਨੇ। ਤੇ ਫੌਜ ਤੇ 1 ਲੱਖ ਤੋਂ ਜ਼ਿਆਦਾ ਫੌਜ ਜੇ ਪੰਜਾਬ ਦੀ ਹੈਗੀ, ਕਈ ਬਾਕੀ ਚਲੋ ਸਾਰੇ ਸਿੱਖ ਤਾਂ ਨਹੀਂ, ਜਾਂ ਪੂਰੀ ਜੋ ਜਿੰਨੀਆਂ ਵੀ ਸਿੱਖ ਪਲਟਣਾ ਨੇ, 22-23 ਸਿੱਖ ਪਲਟਣਾ ਨੇ, ਬਾਕੀ 50 ਪਲਟਣਾ ਦੂਜੇ, ਤੇ ਉਹ ਸਾਰਿਆਂ ਨੂੰ ਫਿਰ ਮਤਲਬ ਕਿ ਦੇਣਗੇ। ਜਿਹੜੇ ਬਾਰਡਰ ਤੇ ਜਾਣੇ ਜਾਣੇ ਰੋਟੇਸ਼ਨ ਤੇ, ਸਿਆਚਨ ਤੇ ਜਾਣੇ ਜਾਣਾ ਪਲਟਣਾ ਰੋਟੇਸ਼ਨ ਤੇ, ਠੀਕ ਹੈ, ਜੰਮੂ ਕਸ਼ਮੀਰ 'ਚ ਜਾਣਾ ਹੀ ਜਾਣਾ, ਲਦਾਖ 'ਚ ਜਾਣਾ ਹੀ ਜਾਣਾ, ਅਰੁਣਾਚਲ ਪ੍ਰਦੇਸ਼ ਜਾਣਾ, ਸਿੱਕਮ ਜਾਣਾ ਪੈਣਾ, ਸਾਰੀ ਜਗ੍ਹਾ ਤੇ ਜਾਣਾ। ਉਹ ਰੋਟੇਸ਼ਨ ਹੈਗੀ ਹੈ। ਅਸੀਂ ਰਹੇ ਹਾਂ, ਅਸੀਂ ਕੀਤੀਆਂ 3.5 ਸਾਲ ਤੇ ਮੈਂ ਕਮਾਂਡ ਕੀਤੀ ਹੈ ਪੁੰਛ ਇਲਾਕੇ 'ਚ, ਉਸ ਪ੍ਰਡੋਮੀਨੈਂਟਲੀ ਸਿੱਖ ਰੈਜੀਮੈਂਟ, ਜੰਗ ਲੜੀ ਐਸੇ ਰੈਜੀਮੈਂਟ ਐਜ਼ ਏ ਕੈਪਟਨ, ਐਜ਼ ਏ ਮੇਜਰ। ਫਿਰ ਬਾਕੀ ਫਿਰ ਮੈਂ ਬਾਅਦ 'ਚ ਡਿਪਟੀ ਕਮਾਂਡਰ ਰਿਹਾ। ਫਿਰ ਬਾਅਦ 'ਚ ਮੈਂ ਸਾਰੀਆਂ ਪਹਾੜੀਆਂ ਉੱਥੇ ਦੇਖੇ, ਸਾਰੇ ਦੁਸ਼ਮਣ ਦਾ ਅਸੀਂ ਕਈ ਕੁਝ ਕੀਤਾ ਉੱਥੇ, ਦੁਸ਼ਮਣ ਦੇ ਖਿਲਾਫ ਕਈ ਕਾਰਵਾਈਆਂ ਕੀਤੀਆਂ ਨੇ, ਜਿਹਦਾ ਮੈਂ ਹੁਣ ਵੀ ਨਹੀਂ ਜ਼ਿਕਰ ਨਹੀਂ ਕਰਨਾ ਚਾਹੁੰਦਾ। ਤੇ ਇਹ ਕਹਿ ਦੇਣਾ ਕਿ ਤੁਸੀਂ ਉਹਨੂੰ ਮਜ਼ਬੂਤ ਕਰਨ ਵਾਸਤੇ ਵਧੇਰੀਏ ਟਰਾਇਲ ਹੁੰਦੇ, ਪੁੱਛਦੇ, ਕੋਈ ਗੱਲ ਕਰਦੇ, ਕਿਤੇ ਆਰਮੀ ਕਮਾਂਡਰ ਕਾਨਫਰੰਸ, ਹਾਂ ਇਹ ਯੂਨੀਫਾਰਮ ਬਦਲੀ ਕਰਨ ਦਾ ਭਾਵੇਂ ਆਹ ਰੰਗ ਨੇ, ਉਹ ਕਈ ਉਹ ਕਰ ਦੇਣ, ਪਰ ਇਸ ਕਿਸਮ ਦੀ ਤਜਵੀਜ਼ ਇਹਨਾਂ ਨੂੰ ਸਾਹਮਣੇ ਲਿਆਉਣੀ ਚਾਹੀਦੀ ਸੀ। ਔਰ ਖ਼ਾਸ ਤੌਰ 'ਤੇ ਡੈਮੋਕ੍ਰੇਸੀ ਹੈ, ਇਹਦਾ ਤੇ ਪ੍ਰਭਾਵ ਜਿਹੜੀ ਸਾਡੀ ਪਨੀਰੀ ਹੈ, ਕਿਹੜੀ ਪਨੀਰੀ ਹੈ, ਭਰਤੀ ਪਨੀਰੀ ਪਿੰਡਾਂ 'ਚ। ਹੁਣ ਜਾ ਕੇ ਜਿੱਥੇ ਅਸੀਂ ਜਦੋਂ ਅੰਗਰੇਜ਼ ਸੀਗੇ ਜਾਂਦੇ ਸੀ, ਲੱਭਦੇ ਸੀ, ਉਹ ਨੌਜਵਾਨ ਸਿੱਖ ਪੜ੍ਹੇ ਲਿਖੇ, ਉਦੋਂ ਤਾਂ ਇੰਨੀ ਜ਼ਰੂਰਤ ਵੀ ਨਹੀਂ ਸੀ, ਹੈ ਹੀ ਨਹੀਂ ਸੀ ਕੁਆਲੀਫਿਕੇਸ਼ਨ ਰੱਖੀ। ਉਹ ਤਗੜੇ 6-6 ਫੁੱਟੇ ਤੇ ਫਰਕ ਦੇ ਡੋਲਿਆਂ ਵਾਲੇ, ਚੌੜੇ ਸੀਨਿਆਂ ਵਾਲੇ, ਤੇ ਉਹਨਾਂ ਜਾ ਕੇ ਚੁੰਦੇ ਸੀ, ਤੇ ਉਹ ਤਾਂ ਦੇਖਦੇ ਸੀਗੇ। ਹੁਣ ਪਗੜੀ ਦੇ ਉੱਤੇ ਪੂਰਾ ਕਿ 6 ਲਾੜੇ ਇੱਥੇ ਪੂਰੇ ਹੈਗੇ ਨਹੀਂ, ਹੈ ਨਹੀਂ, ਸਾਰਾ ਕੁਝ ਤੇ ਉਹ ਤੈਅ ਹੈ। ਹੁਣ ਉਹ 'ਚ ਪੱਥਰੇ ਲਾਣੇ ਨੇ, ਕੀ ਕਰਨਾ, ਉਹ ਦੂਜੀ ਆਖਰੀ 'ਚ ਲਾ ਦੇਣ, ਦੂਜੇ ਲਾ ਦੇਣ, ਉਹ ਕਈ ਤਰੀਕੇ ਨੇ। ਮੈਂ ਜਿਹੜੀ ਗੱਲ ਕਰਨਾ ਕਿ ਇਹਦੇ ਉੱਤੇ ਜਿਹੜਾ ਪੂਰੇ ਜੇ ਪਗੜੀ ਬਣ ਲਈ, ਉਹ ਤਾਂ ਪਤਾ ਨਹੀਂ ਕਾਬੂ ਆਉਂਦਾ ਨਹੀਂ ਪੱਥਰੇ ਪੁੱਤੇ, ਚਲੋ ਉਹ ਟਰਾਇਲ ਦੀ ਗੱਲ ਹੈ। ਪਰ ਮੈਂ ਕਹਿੰਦਾ ਕਿ ਇਹਦੇ ਉੱਤੇ ਜਿਹੜਾ ਕੈਮਫਲਾ ਨੈਟ ਹੈ ਮੇਰੇ ਕੋਲ, ਉਹ ਤੇ ਬੜਾ ਮਜ਼ਬੂਤ ਹੁੰਦਾ। ਕੈਮਫਲਾ ਨੈਟ ਉਹ ਜੁੱਦਾ ਨਹੀਂ ਹੈਗਾ ਛੋਟਾ, ਉਹ ਮਜ਼ਬੂਤ ਹੁੰਦਾ, ਉੱਤੇ ਰੱਸੀਆਂ ਬੜਾ ਸੋਹਣਾ, ਉਹਦੇ ਵਿੱਚ ਕੋਈ ਚੀਜ਼ ਫਿੱਟ ਕਰਕੇ ਉਹਨੂੰ ਮਜ਼ਬੂਤ ਕੀਤਾ ਜਾ ਸਕਦਾ ਸੀ। ਉਹਨੂੰ ਸਪਲਿੰਟਰ ਪ੍ਰੂਫ ਵੀ ਬਣਾਇਆ ਜਾ ਸਕਦਾ। ਇਹੋ ਜਿਹੀ ਗੱਲ ਨਹੀਂ, ਇਹਨਾਂ ਟਰਾਇਲ ਕੀਤੇ। ਰੈਗੂਲੇਸ਼ਨ ਦੀ ਗੱਲ ਕਹੀ ਸੀ ਤੁਸੀਂ, ਤੁਹਾਡੀ ਵੀ ਕਿਹਾ ਕਿ ਮੇਰੇ ਕੋਲ ਲਿਖੀ ਹੋਈ ਹੈ। ਆਪਾਂ ਇੱਕ ਸਿੰਪਲ ਜੇ ਆਪਾਂ ਨਾਰਮਲ ਰੈਗੂਲੇਸ਼ਨ ਦੇਖਣੀ ਹੋਏ ਤਾਂ ਇੱਕ ਸਿੱਖ ਜਿਹੜਾ ਫੌਜੀ ਹੈ ਉਹਦੇ ਵਾਸਤੇ ਕੀ ਰੈਗੂਲੇਸ਼ਨਸ ਨੇ ਤਾਂ ਕਿ ਉਹਦੇ ਕਕਾਰ ਜਿਹੜੇ ਨੇ ਉਹਨਾਂ ਦੀ ਵੀ ਜਿਹੜੀ ਹੈਗੀ ਹੈ ਕਾਇਮੀ ਰਹਿ ਸਕੇ, ਉਹ ਕੀ ਨੇ? ਦੇਖੋ, ਉਹਦੇ ਵਿੱਚ ਕੋਈ ਇਸ ਕਿਸਮ ਦਾ ਜਿਹੜੀ ਸਿੱਖ ਰੈਜੀਮੈਂਟ ਦੇ ਡਰੈਸ ਰੈਗੂਲੇਸ਼ਨ ਹਰ ਇੱਕ ਪਲਟਨ ਦੇ ਅਲੱਗ-ਅਲੱਗ ਨੇ, ਹਰ ਇੱਕ ਰੈਜੀਮੈਂਟ ਦੇ, ਇੱਕ ਰੈਜੀਮੈਂਟ ਕਿੰਨੀਆਂ ਪਲਟਨਾਂ ਹੁੰਦੀਆਂ ਨੇ, ਅਲੱਗ-ਅਲੱਗ ਨੇ। ਸਿੱਖ ਰੈਜੀਮੈਂਟ ਦੇ ਵਿੱਚ ਇੱਥੋਂ ਤੱਕ ਦਿੱਤਾ ਹੈ ਉਹਨਾਂ ਦੇ ਡਿਫੈਂਸ ਸਰਵਿਸ ਰੈਗੂਲੇਸ਼ਨ, ਮੇਰੇ ਕੋਲ ਇੱਥੇ ਨਾਲ ਪਈ ਹੈ ਕਾਪੀ, ਕਿ ਜੇ ਕੋਈ ਜਾਂਦਾ ਹੈ ਉਹਦੇ 'ਚ ਅਦਾਲਤ 'ਚ ਜਾਂਦਾ ਕੋਈ, ਤੇ ਉਹਦੀ ਯੂਨੀਫਾਰਮ ਹੋਏਗੀ, ਪੂਰੀ ਯੂਨੀਫਾਰਮ ਜਾਏਗਾ, ਜਾਂ ਕਿਸੇ ਫਾਰਨ ਕੰਟਰੀ ਜਾ ਡਿਊਟੀ, ਉਹਦਾ ਸਭ ਕੁਝ ਦਿੱਤਾ। ਸਿੱਖ ਸੋਲਜਰ ਵਾਸਤੇ ਕਿ ਤੁਸੀਂ ਵਰਦੀ ਦੇ ਉੱਤੇ ਆਪ ਜਾਂ ਠਾਠਾ ਉੱਤੇ ਨਹੀਂ ਪਾਉਣਾ ਪਗੜੀ, ਇੱਦਾਂ ਦੀਆਂ ਚੀਜ਼ਾਂ ਦਿੱਤੀਆਂ ਨੇ। ਦਸਤਾਰ ਉੱਥੇ ਦਿੱਤੀ ਹੈ ਬਿਲਕੁਲ, ਕਿ ਪਗੜੀ ਹੋਏਗੀ। ਕਿੱਥੋਂ ਪਗੜੀ ਲਿਆਉਣਗੇ? ਆਪਣੀ ਪਰਚੇਜ਼ ਨਹੀਂ ਕੀਤੀ, ਆਰਡੀਨੈਂਸ ਇਸ਼ੂ ਪਗੜੀਆਂ ਨੇ, ਉਦੋਂ ਬਾਅਦ ਪਾਈ ਜਾਂਦੇ ਨੇ, ਆਪਣੀ ਲੈ ਲੈਣ। ਦੂਜੀ ਗੱਲ, ਉਹ ਮੋਟੀ ਹੁੰਦੀ ਹੈ ਪਗੜੀ, ਉਹਦੀ ਮੋਟੀ ਹੁੰਦੀ ਹੈ ਪਗੜੀ, ਅਤੇ ਉਹ ਦਸਤਾਰ ਦੀ ਗੱਲ ਕਰ ਰਹੇ ਹਾਂ। ਬਾਕੀ ਸਭ ਕੁਝ ਹਾਂ, ਜਦੋਂ ਸੈਰੀਮੋਨੀਅਲ ਹੁੰਦੀ ਹੈ ਉਹਦੀ ਅਲੱਗ ਡਰੈਸ ਹੈ। ਜਦੋਂ ਬੈਟਲਫੀਲਡ 'ਤੇ, ਉਦੋਂ ਫਿਰ ਪਿੱਠੂ ਝੋਲਾ ਹੁੰਦਾ, ਉਹ ਬੈਟਲਫੀਲਡ ਡਰੈਸ ਹੈ, ਠੀਕ ਹੈ। ਉਹ 'ਚ ਮਨੀਸ਼ਨ ਹੈ, 'ਚ ਸਭ ਕੁਛ ਹੈ, ਅਤੇ ਉਹ ਹੈ ਗਰਨੇਡ, ਉਹਦੇ ਜਿਹੜੇ ਪਾਊਚਸ ਹੁੰਦੇ ਉਹ 'ਚ ਗਰਨੇਡ ਰੱਖੇ ਹੁੰਦੇ ਨੇ, ਉਹ ਅਲੱਗ ਹੈ। ਹਰ ਕਿਸਮ ਦੀ ਦਿੱਤੀ ਹੈ ਡਰੈਸ, ਹਰ ਇੱਕ ਮੈਂ ਕਹਿੰਦਾ ਵਰਗ, ਹਰ ਇੱਕ ਮਰਾਠਾ ਦੀ ਹੈ, ਡੋਗਰਾ ਦੀ ਹੈ, ਸਿੱਖ ਇਲਾਈ ਦਾ, ਸਭ ਕੁਝ ਦਿੱਤਾ ਸਾਰਿਆਂ ਦੇ ਅਲੱਗ-ਅਲੱਗ ਹੈ। ਤੁਸੀਂ ਡਾਇਰੈਕਟਰ ਸੈਨਿਕ ਭਲਾਈ ਵੀ ਰਹੇ ਹੋ, ਅਤੇ ਫੌਜ 'ਚ ਤਾਂ ਤੁਸੀਂ ਖੁਦ ਦੱਸਿਆ ਕਿ ਪੁੰਛ 'ਚ ਜਾਂ ਹੋਰ ਥਾਵਾਂ ਦੇ ਉੱਤੇ ਤੁਸੀਂ ਕਮਾਂਡ ਕੀਤੀ ਹੈ, ਲੀਡ ਕੀਤੀ ਹੈ ਫੌਜ ਨੂੰ, ਤਾਂ ਕੀ ਤੁਹਾਡਾ ਹੁਣ ਕਿਸੇ ਨਾਲ ਸੰਪਰਕ ਹੋਇਆ ਜੋ ਹੁਣ ਮੌਜੂਦਾ ਇਸ ਵਕਤ ਫੌਜ 'ਚ ਜੋ ਕੰਮ ਕਰ ਰਹੇ ਨੇ? ਕਿਸੇ ਦਾ ਕੋਈ ਪਰਸਨਲ ਵਿਊ ਆਇਆ ਹੋਵੇ, ਆਪਾਂ ਬਿਨਾਂ ਨਾਮ ਲਏ, ਕੀ ਇਸ 'ਤੇ ਪ੍ਰਤੀਕਰਮ ਹੈ? ਦੇਖੋ, ਜਿਹੜੀ ਤੇ ਪਿਓਰ ਸਿੱਖ ਰੈਜੀਮੈਂਟ ਨੇ, ਤੇ ਉਹ ਤੇ ਦੇਖੋ ਭਾਵੇਂ ਜ਼ਬਾਨ ਨਹੀਂ ਖੋਲ੍ਹ ਕੇ ਗੱਲ ਕਰ ਸਕਦੇ,
ਪਰ ਉਹ ਇਸ ਚੀਜ਼ ਨੂੰ ਪਸੰਦ ਨਹੀਂ ਕਰ ਰਹੇ। ਨਹੀਂ, ਉਹ ਜਿਹੜੀ ਚੀਜ਼ ਹੈ ਮਤਲਬ ਕਿ ਇਹ ਚੀਜ਼ ਨੂੰ ਕਹਿੰਦੇ ਨੇ ਕਿ ਗਲਤ, ਮਤਲਬ ਕਿ ਉਹ ਠੀਕ ਨਹੀਂ ਸਮਝਦੇ ਔਰ ਇਹਦੇ ਨਾਲ ਗਲਤ ਸੰਦੇਸ਼ ਜਾਂਦਾ। ਦੇਖੋ, ਜਿਹੜਾ ਦੇਸ਼ ਦੀ ਸੁਰੱਖਿਆ ਸਭ ਤੋਂ ਉੱਤਮ ਫੌਜ ਜਿਹੜੀ ਹੈ, ਇਹ ਕਸਮ ਖਾਂਦੀ ਜਿਹੜੀ ਕਿ ਆਪਾਂ ਜਦੋਂ ਜਾਈਦਾ, ਜੇ ਕਿਸੇ ਦੀ ਦੇਸ਼ ਦੀ ਇੰਟੈਗਰਿਟੀ ਲਾਇਲਟੀ ਕੋਈ ਹੈ ਕਿਸੇ ਆਰਗੇਨਾਈਜੇਸ਼ਨ ਦੀ, ਉਹ ਫੌਜ ਦੀ ਹੈ। ਸਭ ਤੋਂ ਉੱਤਮ ਫੌਜ ਦੇ ਦੇਸ਼ ਦੀ ਕੁਰਬਾਨਾ ਜਾਨਾਂ ਕੁਰਬਾਨ ਕਰਦੇ ਨੇ ਫੌਜੀ, ਅਤੇ ਉਹਨਾਂ ਵਾਸਤੇ ਸੇਫਟੀ ਤਾਂ ਬਹੁਤ ਜ਼ਰੂਰੀ ਹੈ, ਸਿਕਿਉਰਿਟੀ ਬਹੁਤ ਜ਼ਰੂਰੀ ਹੈ। ਅਤੇ ਸੇਫਟੀ ਸਿਕਿਉਰਿਟੀ ਕਿੱਦਾਂ ਆਏਗੀ? ਸੇਫਟੀ ਸਿਕਿਉਰਿਟੀ ਆਏਗੀ ਜਿੱਦਾਂ ਕਾਰਗਿਲ ਦੇ ਉੱਤੇ ਜੰਗ ਤੋਂ ਬਾਅਦ ਹੋਇਆ ਸੀ ਕਿ ਉੱਥੇ ਦੇਖਿਆ ਸਾਡੇ ਤੇ ਗਰਮ ਕੱਪੜਿਆਂ ਦੀ ਘਾਟ ਸੀਗੀ, ਠੀਕ ਹੈ, ਸੌਕਸ ਦੀ ਘਾਟ ਸੀਗੀ। ਇਹ ਉੱਥੇ ਜਿਹੜੀਆਂ ਚੀਜ਼ਾਂ ਇੰਪਰੂਵ ਤੇ ਉਹ ਸੀ, ਜਾਂ ਐਮੂਨੀਸ਼ਨ ਦੀ ਘਾਟ ਸੀ, ਗੋਲੀਬਾਰੀ ਦੀ ਘਾਟ ਸੀ, ਜਾਂ ਸਾਡੀਆਂ ਜਿਹੜੀਆਂ ਗੱਡੀਆਂ ਤੇਲ ਪਾਉਣ ਉਹਦੀ ਘਾਟ ਸੀਗੀ। ਇਹਨਾਂ ਨੂੰ ਤਾਂ ਬਾਹਰ ਦੇ ਪਤਾ ਨਹੀਂ ਚੱਲਿਆ। ਸੁਬੇਦਾਰ ਜੋਗਿੰਦਰ ਸਿੰਘ PV ਸੀ, ਜਦੋਂ ਕਿ ਉੱਥੇ ਜਿਹੜੇ ਬੂਟ ਪਾਏ ਸੀ, ਮੇਖਾਂ ਵਾਲੇ ਬੂਟ ਸੀ, ਉਹਦੀ ਜਿਹੜੀ ਉੱਥੇ ਯਾਦਗਾਰੀ ਬਣੀ ਉੱਥੇ ਦੇਖੋ ਜਾ ਕੇ, ਉਹਦੇ ਬੂਟ ਉਦੋਂ ਹੀ ਪਏ ਸੀ। ਮੈਂ ਕਈ ਸਾਲ ਹੋ ਗਏ, ਉਦੋਂ 30-40 ਸਾਲ ਹੋ ਗਏ ਜਾ ਕੇ ਉਦੋਂ ਉੱਥੇ ਗਿਆ ਸੀ, ਦੇਖਿਆ ਸੀ ਤਵਾਂਗ ਸੈਕਟਰ। ਮੇਰਾ ਕਹਿਣ ਤੋਂ ਮਤਲਬ ਇਹ ਵੇ ਕਿ ਲੋੜ ਤਾਂ ਇਸ ਚੀਜ਼ ਦੀ ਹੈਗੀ ਹੈ ਕਿ ਜਿਹੜੇ ਕਿ ਇਹ ਤੁਸੀਂ ਰੈਗੂਲੇਸ਼ਨ ਦੀ ਗੱਲ ਕੀਤੀ, ਸਭ ਕੁਝ ਦਿੱਤਾ ਹੈ, ਛੋਟੀ ਛੋਟੀ ਚੀਜ਼ਾਂ। ਮੈਂ ਪੜ੍ਹਿਆ ਸੀ, ਇੱਥੇ ਸਿੱਖ ਪਲਟਨ ਸੀਗੀ, ਮੈਂ 4-5 ਸਾਲ ਹੋ ਗਏ ਮੈਂ ਪੜ੍ਹਿਆ, ਡਿਫੈਂਸ ਐਜ਼ ਰੈਗੂਲੇਸ਼ਨ ਮੇਰੇ ਪਿੱਛੇ ਪਿਆ ਇੱਥੇ ਲਾਗੇ, ਮੈਂ ਤਾਂ ਹੁਣ ਰੱਖਿਆ ਆਪਣੇ ਕੋਲ। ਉਹ ਜਿਹੜਾ ਪੈਰਾ ਨੰਬਰ ਮੈਨੂੰ ਯਾਦ ਹੈ 651 ਤੋਂ 666 ਤੱਕ, ਉਹ ਸਾਰਾ ਕੁਝ ਦਿੱਤਾ ਮੋਟੇ। ਪਰ ਅਲੱਗ ਡਰੈਸ ਰੈਗੂਲੇਸ਼ਨ, ਕਲੋਥਿੰਗ ਰੈਗੂਲੇਸ਼ਨ, ਇਹ ਹਰ ਇੱਕ ਚੀਜ਼, ਬਟਨ ਕਿਸ ਸਾਈਜ਼ ਦੇ ਹੋਣਗੇ, ਸੂਈ ਧਾਗਾ ਨਾਲ ਰੱਖਣਾ ਜਿਹਨੂੰ ਹਾਊਸ ਵਾਈਫ ਕਹਿੰਦੇ ਸੀ, ਉਹ ਆਪਣੇ ਉਹਦੇ ਵਿੱਚ ਪਿੱਠੂ 'ਚ ਹੋਣਾ, ਇਹ ਸਭ ਕੁਝ ਦਿੱਤਾ। ਕਈ ਆਈਟਮਾਂ ਹੋਣਗੀਆਂ, ਇਹ ਹਰ ਇੱਕ ਜਿਹੜੀਆਂ ਕਾਮਨ ਚੀਜ਼ਾਂ ਨੇ ਉਹ ਦਿੱਤੀਆਂ ਨੇ। ਇਹ 'ਚ ਜਿਹੜੀ ਅਲੱਗ ਹੈ, ਜਿੱਦਾਂ ਹੁਣ ਦੂਜੇ ਨੇ ਕਈ ਮਰਾਠਾਜ਼ ਨੇ, ਦੂਜਾ ਦੇਖੋ ਜਦੋਂ ਉਹਨਾਂ ਨੇ ਸੈਰੀਮੋਨੀਅਲ ਉਹਨਾਂ ਦੀ ਡਰੈਸ ਟਰਨ ਆਊਟ ਅਲੱਗ ਹੈ, ਠੀਕ ਹੈ। ਮੈਂ ਅਮਰੀਕਨ ਤੇ ਆਸਟ੍ਰੇਲੀਅਨ ਜੇ ਉਹਨਾਂ 'ਚ ਵੀ, ਕਿਉਂਕਿ ਪਗੜੀਧਾਰੀ ਫੌਜੀ ਜਵਾਨ ਨੇ ਆਪਣੇ ਪੰਜਾਬ ਤੋਂ ਭਾਰਤ ਤੋਂ ਗਏ ਹੋਏ ਜਾਂ ਉੱਥੇ ਵੀ ਪੈਦਾ ਹੋਏ ਨੇ ਕਈ, ਉੱਥੇ ਮੈਂ ਪੜ੍ਹਦਾ ਸੀ ਕਿ ਉਹਨਾਂ ਦੇ ਵਿੱਚ ਵੈਸੇ ਤਾਂ ਡਰੈਸ ਕੋਡ ਉਹਨਾਂ ਨੇ ਧਾਰਮਿਕ ਭਾਵਨਾਵਾਂ ਦੇ ਮੱਦੇਨਜ਼ਰ ਅਲਾਓ ਹੈ, ਪ੍ਰਵਾਨਿਤ ਹੈ, ਪਰ ਕਨਫਰੰਟੇਸ਼ਨ ਜਦੋਂ ਹੁੰਦੀ ਹੈ, ਜਦੋਂ ਟਕਰਾਅ ਹੁੰਦਾ ਹੈ, ਉਹਨਾਂ ਹਾਲਾਤਾਂ ਦੇ ਵਿੱਚ, ਸਪੈਸ਼ਲ ਹਾਲਾਤਾਂ ਦੇ ਵਿੱਚ ਹੈੱਡਗੇਅਰ ਪਾਉਣਾ ਉੱਥੇ ਲਾਜ਼ਮੀ ਹੈ। ਕਿ ਇਸ ਤਰ੍ਹਾਂ ਇੱਥੇ ਪੋਸੀਬਲ ਨਹੀਂ ਹੋ ਸਕਦਾ ਸੀ, ਜਾਂ ਇੱਥੇ ਆਪਸ਼ਨਲ ਕਰ ਦਿੱਤਾ ਜਾਂਦਾ, ਨਾ ਕਿ ਮੈਂਡੇਟਰੀ ਕੀਤਾ ਜਾਏ? ਦੇਖੋ ਇੱਥੇ ਉਹ ਜੋ ਪਾਉਣਾ ਚਾਹੁੰਦਾ ਉਹ ਪਾ ਸਕਦਾ। ਨਹੀਂ, ਉਹ ਨਹੀਂ ਗੱਲ ਹੋ ਸਕਦੀ। ਨੋ, ਹਾਂ, ਸਪੈਸ਼ਲ ਮੈਂ ਦੱਸਣਾ ਕੀ ਗੱਲ, ਮੈਂ ਦੱਸਣਾ ਜਿੱਦਾਂ ਕਿ ਸਾਡਾ ਉਹ ਇੱਕ ਸੈਨਿਕ ਹੇਮਰਾਜ ਸਿਕਸ਼ਾ, ਜਿਹਦਾ ਕਿ ਪੁੰਛ ਲਖੇ ਜਦੋਂ ਕਿ ਉਹਦਾ ਸਿਰ ਕਤਲ ਕਰ ਦਿੱਤਾ ਗਿਆ, ਉਹਦਾ ਹੈਲਮਟ ਪਾਇਆ ਸੀ, ਸਭ ਕੁਝ ਸੀਗਾ, ਕਰਤਾ ਗਿਆ। ਅਸੀਂ ਵੀ ਐਕਸ਼ਨ ਕਰਦੇ ਹਾਂ ਇੱਦਾਂ ਦੇ, ਅਸੀਂ ਵੀ ਜਿਹੜਾ ਚਿਹਰਾ ਬਦਲਾ ਕੇ ਹੁਣ ਵੀ ਕਰਦੇ ਹਾਂ, ਉਦੋਂ ਵੀ ਕਰਦੇ ਰਹੇ ਸੀ। ਇਹੋ ਜਿਹੀ ਸਾਡੀਆਂ ਟੀਮਾਂ ਨੇ, ਸਾਡੀ ਰਾਹ ਕਹਿ ਲਓ ਜਾਂ ਕੁਛ ਕਹਿ ਲਓ, ਅਸੀਂ ਵੀ ਜਦੋਂ ਪੈਟਰੋਲਿੰਗ ਕਰਨੀ ਹੈ ਉਸ ਵੇਲੇ ਹੁਲੀਆ ਬਦਲੀ ਜਾਂਦਾ ਹੈ। ਉਹ ਸਪੈਸ਼ਲ ਓਪਰੇਸ਼ਨ ਜਿਹੜੀ ਕਹਿੰਦੇ ਨੇ, ਸਪੈਸ਼ਲ ਓਪਰੇਸ਼ਨ ਫਾਰ ਵਾਰ, ਕਮਾਂਡੋ ਫੋਰਸ ਹੈਗੀ ਹੈ, ਪੈਰਾ ਡ੍ਰੌਪਿੰਗ ਹੈ, ਇਹਨਾਂ ਵਾਸਤੇ ਤਾਂ ਗੱਲ ਹੋਰ ਹੈ। ਇਹ ਸਪੈਸ਼ਲ ਓਕੇਜ਼ਨ ਨੇ, ਸਪੈਸ਼ਲ ਫੋਰਸਿਸ ਨੇ, ਠੀਕ ਹੈ ਨਾ। ਮਗਰ ਇੱਕ ਪਲਟਨ ਜਿਹਦੀ ਆਈਡੈਂਟੀਟੀ, ਜਿਹਦੀ ਹੋਂਦ ਹੈ, ਨਾਮ, ਨਮਕ ਤੇ ਨਿਸ਼ਾਨ ਉਹਦਾ ਇਹ ਹੈ, ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਵਰਲਡ ਵਾਰ 2 'ਚ ਵੀ, ਤੇ ਉੱਥੇ ਨਾਲ ਪਿੱਛੇ ਬੀਸ਼ਲਾਨ 'ਚ ਅਸੀਂ ਹੁਣ ਕਤਰ ਜੋਨ 'ਚ ਪਿੱਛੇ ਬੀਸ਼ਲਾਨ ਜਿਹਨੂੰ ਕਹਿੰਦੇ, ਉੱਥੇ ਲਿਜਾਇਆ ਜਾਂਦਾ। ਜਦੋਂ ਬ੍ਰਿਟਿਸ਼ ਜਦੋਂ ਘੇਰਾ ਹੋ ਗਿਆ ਸੀ ਇੱਕ ਪਲਟਨ, ਸਿੱਖ ਪਲਟਨ ਦਾ, ਵਰਲਡ ਵਾਰ 2 'ਚ, ਅਤੇ ਉੱਥੇ ਅੰਗਰੇਜ਼ ਜਿਹੜਾ ਕਮਾਂਡਿੰਗ ਆਫਸਰ ਸੀ, ਉਹਨੇ ਸੁਬੇਦਾਰ ਮੇਜਰ ਨੂੰ ਬੁਲਾਇਆ, ਅਤੇ ਉਹ ਕਹਿੰਦਾ ਜੀ ਇੱਥੇ ਤਾਂ ਅਰਦਾਸ ਹੀ ਕਰ ਸਕਦੇ, ਆਪਾਂ ਚੱਲਦੇ ਹਾਂ ਗੁਰੂ ਗ੍ਰੰਥ ਸਾਹਿਬ। ਅਤੇ ਉੱਥੇ ਉਹ ਕਹਿੰਦਾ ਉਹ ਵੀ ਪਗੜੀ ਪਾ ਕੇ, ਉਹ ਠੀਕ ਹੈ, ਪਹਿਲਾਂ ਥੋੜ੍ਹਾ ਉਹਨੇ ਕਿਹਾ ਕਿ ਬਈ ਇਹ ਲਾਗੂ ਕਰੋ, ਪਰ ਉਹ ਤਾਂ ਪਗੜੀ ਪਾਉਂਦੇ ਸੀ। ਫਿਰ ਬਾਅਦ ਜਦੋਂ ਇਲੈਕਸ਼ਨ ਜਾਂਦੇ ਨੇ, ਅੰਗਰੇਜ਼ ਹਾਕਮ ਜਿਹੜੇ ਸੀਗੇ ਉਸ ਵੇਲੇ ਕਮਾਂਡਰ, ਅਤੇ ਉਸ ਵੇਲੇ ਉਹ ਕਹਿੰਦੇ ਨੇ ਉਹਨੇ ਅਰਦਾਸ ਕੀਤੀ, ਉੱਥੇ ਪਾਠ ਕੀਤਾ, ਅਰਦਾਸ ਕੀਤੀ, ਅਤੇ ਜਿਹੜੀ ਉਹਨਾਂ ਦੀ ਘੇਰਾਬੰਦੀ ਹੋ ਸਕੀ ਸੀ, ਉਹ ਘੇਰਾ ਖੁੱਲ੍ਹ ਗਿਆ, ਨਿਕਲ ਗਏ, ਮਤਲਬ ਕਿ ਨਿਕਲ ਜਾਂਦੇ ਸੀ। ਮੇਰਾ ਕਹਿਣ ਤੋਂ ਮਤਲਬ ਹੈ ਕਿ ਸਪੈਸ਼ਲ ਓਪਰੇਸ਼ਨ ਦੇ ਵਿੱਚ ਲੋੜ ਹੋ ਸਕਦੀ ਹੈ, ਜਾਂ ਸਪੈਸ਼ਲ ਫੋਰਸਿਸ ਦੇ ਵਿੱਚ, ਜਿੱਦਾਂ ਕਿ ਆਰਮਡ ਕੋਰ ਹੈ, ਉਹਦੇ ਵਿੱਚ ਕੁਛ ਇੱਕ ਟ੍ਰੇਡ ਨੇ ਜਿੱਥੇ ਕਿ ਸੁਣਵਾਈ ਜਿਹੜੀ ਚੰਗੀ ਤਰ੍ਹਾਂ ਕਲੀਅਰ ਹੋਣੀ ਚਾਹੀਦੀ, ਜਿੱਦਾਂ ਕਿ ਹਵਾਈ ਜਹਾਜ਼ ਪਾਇਲਟ ਪਾਉਂਦੇ ਹੀ ਨੇ, ਫੌਜੀ ਵੀ ਪਾਉਂਦੇ ਨੇ, ਉਹ 'ਚ ਕੋਈ ਸ਼ੱਕ ਨਹੀਂ, ਕਿਉਂਕਿ ਉਹ ਆਈਡੀਓਮੈਟਰੀ ਟੈਸਟ ਦੇ ਵਿੱਚ ਵੀ ਆਉਂਦਾ, ਛੋਟੀਆਂ ਸਾਊਂਡ ਆਉਂਦੀਆਂ ਨੇ, ਛੋਟੀਆਂ, ਅਤੇ ਉਹ ਹਵਾਈ ਜਹਾਜ਼ ਉਡਾਉਂਦੇ ਆ, ਕਈ ਕਿਸਮ ਦੀਆਂ ਰੁਕਾਵਟਾਂ ਵੀ ਆ ਸਕਦੀਆਂ, ਕਈ ਕੁਛ, ਉੱਥੇ ਤਾਂ ਜ਼ਰੂਰੀ ਉਹ ਫਿਰ ਪਗੜੀ ਪਾ ਲੈਂਦੇ ਨੇ। ਮਗਰ ਇੱਕ ਜੰਗ ਦੇ ਮੈਦਾਨ ਦੇ ਵਿੱਚ ਜਾਣਾ, ਜਿੱਥੇ ਕਿ ਕਲੈਕਟਿਵ ਐਕਸ਼ਨ ਹੈ, ਸਾਰਿਆਂ ਦਾ ਇੱਕ ਜੁੱਟ ਹੋ ਕੇ
ਇੱਕ ਕਮਾਂਡ ਦੇ ਥੱਲੇ, ਉੱਥੇ ਨਹੀਂ ਠੀਕ। ਉੱਥੇ ਉਹ ਪਾਲਣ ਜੇ ਮਿਕਸ ਹੁਣ ਯੂਨਿਟਾਂ ਹੋਈਆਂ ਨਾ, ਜਿੱਦਾਂ ਕਿ ਇੱਕ ਡੋਗਰਾ ਕੰਪਨੀ ਹੋ ਗਈ, ਇੱਕ ਸਿੱਖ ਹੋ ਗਈ ਤੇ ਇੱਕ ਮਰਾਠਾ ਹੋ ਗਈ, ਇਦਾਂ ਕਰਕੇ ਹੋ ਗਿਆ ਨਾ। ਉੱਥੇ ਤੋਂ ਉਹਨਾਂ ਵਾਸਤੇ ਪਾਉਣਾ ਤੇ ਉੱਥੇ ਜਿਹੜੇ ਸਿੱਖ ਉਹ ਆਪਣੇ ਪਗੜੀ ਪਹਿਨ, ਇਹਦੇ ਭਾਵਨਾਵਾਂ ਜੁੜੀਆਂ ਨੇ, ਸਿੱਖ ਆਪਣੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਨੇ, ਪ੍ਰਸ਼ਾਦ ਕਰਾ ਕੇ ਅਰਦਾਸ ਕਰਕੇ ਜਾਂਦੇ ਨੇ ਤੇ ਉੱਥੇ ਕਿਹੜੇ ਹੈਲਮਟ ਪਾ ਕੇ ਉਹ ਵੀ ਸਾਰੇ ਸ਼ਾਮਲ ਹੁੰਦੇ ਨੇ ਤੇ ਮੰਦਰ ਪਰੇਡ ਹੁੰਦੀ ਹੈ, ਉਹਦੇ 'ਚ ਪਗੜੀ ਪਾ ਕੇ ਸਾਰੇ ਜਾਂਦੇ ਨੇ। ਇਹ ਤੇ ਸਾਂਝਾ ਧਰਮ ਹੈ, ਸਾਂਝੀਵਾਲਤਾ ਦੇ ਪ੍ਰਤੀਕ। ਤੇ ਇਸ ਵਾਸਤੇ ਮੈਂ ਸਮਝਦਾ ਕਿ ਸਪੈਸ਼ਲ ਆਪਰੇਸ਼ਨ, ਸਪੈਸ਼ਲ ਟਾਸਕ, ਸਪੈਸ਼ਲ ਵਾਸਤੇ ਠੀਕ ਹੈ। ਹੁਲੀਆ ਬਦਲੀ ਕਰਕੇ ਬੰਗਲਾਦੇਸ਼ ਨਹੀਂ ਕੀਤਾ, ਅਫਸਰ ਵਿੱਚ ਇੱਦਾਂ ਕੀਤੇ ਨੇ, ਬਾਅਦ 'ਚ ਉਹਨਾਂ ਨੇ ਫਿਰ ਉਸ ਸਾਜਤਾ 'ਚ ਗਏ, ਇਹੋ ਜਿਹੀ ਗੱਲ ਨਹੀਂ ਹੈਗੀ, ਉਹ ਠੀਕ ਹੈ। ਮਗਰ ਇੱਕ ਖਾਸ ਤੌਰ 'ਤੇ ਨਾਂ ਲੈ ਕੇ ਇੱਕ ਸਿੱਖ ਪਲਟਣਾ ਵਾਸਤੇ ਉਹ ਬਿਲਕੁਲ ਠੀਕ ਨਹੀਂ ਹੈਗਾ। ਇੱਕ ਰੈਜੀਮੈਂਟ ਵਾਸਤੇ ਉਹਦਾ ਪ੍ਰਭਾਵ ਗਲ ਜਾਏਗਾ। ਇਹ ਤੇ ਫਿਰ ਇਹਦੀ ਭਰਤੀ ਦੇ ਵੀ ਤੇ ਸਾਰਾ ਕੁਝ ਜਿਹੜਾ ਉਹ ਸਾਰਾ ਕੁਝ ਸਿਸਟਮ ਬਦਲੀ ਹੋਏਗਾ, ਰੈਗੂਲੇਸ਼ਨ ਬਦਲੀ ਹੋਣਗੇ। ਕਿ ਇਹਨਾਂ ਰੈਗੂਲੇਸ਼ਨ ਬਦਲੀ ਕੀਤੇ 1962 ਦਾ ਐਜ਼ ਅਮੈਂਡਡ, ਕਿ ਇਹਨਾਂ ਡਰੈਸ ਰੈਗੂਲੇਸ਼ਨ ਬਦਲੀ ਕੀਤੇ, ਜਲਦੀ ਫੈਸਲਾ ਲੈ ਕੇ। ਤੇ ਹੁਣ ਤੇ ਬੀਜੇਪੀ ਦੇ ਨੇਤਾ ਪੰਜਾਬ 'ਚ ਮੈਂ ਉਹਨਾਂ ਦੇ ਬਿਆਨ ਸੁਣ ਰਿਹਾ ਸੀ, ਉਹ ਵੀ ਕਹਿ ਰਹੇ ਨੇ ਕਿ ਹਾਂ ਇਹਦਾ ਬਾਰੇ ਅਸੀਂ ਗੱਲ ਕਰਾਂਗੇ। ਅਸੀਂ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਉਹਨਾਂ ਨਾਲ ਗੱਲ ਕੀਤੀ ਹੈ। ਸਿੱਖ ਜਵਾਨਾਂ ਲਈ, ਭਾਰਤੀ ਫੌਜ ਦੇ ਸਿੱਖ ਜਵਾਨਾਂ ਲਈ ਹੈਲਮਟ ਪਾਉਣਾ ਜੋ ਲਾਜ਼ਮੀ ਕੀਤਾ ਜਾ ਰਿਹਾ, ਜਿਸ ਤਰ੍ਹਾਂ ਦੀ ਚਰਚਾ ਚੜੀ ਹੋਈ ਹੈ, ਉਸ ਮੁੱਦੇ ਤੇ ਗੱਲ ਕੀਤੀ ਹੈ। ਦੋ ਤਿੰਨ ਗੱਲਾਂ ਜਿਹੜੀਆਂ ਉੱਭਰ ਕੇ ਮੋਟੇ ਤੌਰ ਤੇ ਸਾਹਮਣੇ ਆਉਂਦੀਆਂ ਨੇ। ਇੱਕ ਤਾਂ ਸਭ ਨੂੰ ਭਰੋਸੇ 'ਚ ਲਿਆ ਜਾਣਾ ਬਹੁਤ ਜ਼ਰੂਰੀ ਸੀ, ਇਸ ਤੋਂ ਪਹਿਲਾਂ ਚੰਗਾ ਹੁੰਦਾ ਜੇਕਰ ਕੇਂਦਰ ਸਰਕਾਰ ਜਾਂ ਰੱਖਿਆ ਮੰਤਰਾਲਾ ਜਿਹੜਾ ਇਸ ਤਰ੍ਹਾਂ ਕਰਦਾ। ਦੂਜਾ, ਸਪੈਸ਼ਲ ਜਿਹੜੀ ਕੰਡੀਸ਼ਨਸ ਨੇ, ਕਿਸੇ ਨੇ ਪਾਇਲਟ ਵਜੋਂ ਜਹਾਜ਼ ਉਡਾਉਣਾ ਹੈ, ਕੋਈ ਖੁਫੀਆ ਆਪਰੇਸ਼ਨ ਕਰਨਾ, ਭੇਸ ਬਦਲ ਕੇ ਕਰਨਾ ਹੈ, ਜਾਂ ਕੋਈ ਇਸ ਤਰ੍ਹਾਂ ਦੇ ਹਾਲਾਤ ਨੇ ਜਿੱਥੇ ਬਹੁਤ ਜ਼ਿਆਦਾ ਜ਼ਰੂਰੀ ਹੈ, ਸਾਊਂਡ ਦੀ ਲੋੜ ਹੈ, ਸੁਣਨਾ ਜ਼ਰੂਰੀ ਹੈ, ਉਹ ਇਕਵਿਪਮੈਂਟ ਪਾਣੇ ਨੇ, ਉਹਨਾਂ ਹਾਲਾਤਾਂ ਦੇ ਵਿੱਚ ਤਾਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਡਰੈਸ ਰੈਗੂਲੇਸ਼ਨ ਹੈ ਉਸ 'ਚ ਲੋੜ ਮੁਤਾਬਕ ਜ਼ਰੂਰਤ ਪੈਂਦੀ ਹੈ। ਤੇ ਹੁੰਦਾ ਵੀ ਹੈ, ਤੇ ਉਹ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਾ ਹੁੰਦਾ ਹੋਵੇ, ਜਦੋਂ ਦਾ ਜੰਗੀ ਇਤਿਹਾਸ ਹੈ ਹੁੰਦਾ ਆਇਆ ਵੀ ਹੈ। ਪਰ ਇਹ ਕਹਿਣਾ ਕਿ ਹੁਣ ਪੱਗ ਲਾ ਦਿਓ ਤੇ ਇਹਦੀ ਥਾਂ ਤੇ ਹੈਲਮਟ ਪਾ ਲਓ, ਮੇਰੇ ਖਿਆਲ 'ਚ ਵਿਵਾਦ ਦਾ ਵਿਸ਼ਾ ਵੀ ਇਹ ਹੈ ਤੇ ਇਤਰਾਜ਼ ਦਾ ਵਿਸ਼ਾ ਵੀ ਇਹੀ ਹੈ। ਜੇ ਗਲਤ ਨਾ ਹੋਈਏ ਤਾਂ ਅਸੀਂ ਇਸ ਗੱਲ ਨੂੰ ਮੇਰੇ ਖਿਆਲ 'ਚ ਜ਼ਿਆਦਾ ਸੰਜੀਦਗੀ ਨਾਲ ਦੇਖਣ ਦੀ ਲੋੜ ਸੀ ਤੇ ਲੋੜ ਹੈ ਵੀ। ਬਹੁਤ ਸ਼ੁਕਰੀਆ ਜੀ।